स्टूडेंट्स बेटा ਅਸੀਂ ਅੱਜ ਦਾ ਟੌਪਿਕ ਡਿਸਕਸ ਕਰਾਂਗੇ ਮੈਨਚੈਸਟਰ ਕਮਸ ਟੂ ਇੰਡੀਆ ਕਿ ਕਿਵੇਂ ਜਿਹੜਾ ਹੈ ਇੰਗਲੈਂਡ ਦੇ ਵਿੱਚ ਬਣਿਆ ਹੋਇਆ ਸਮਾਨ ਜਿਹੜਾ ਹੈ ਇੰਗਲੈਂਡ ਦੀ ਇੰਡਸਟਰੀਜ਼ ਇੰਗਲੈਂਡ ਦੀਆਂ ਫੈਕਟਰੀਜ਼ 'ਚ ਬਣਿਆ ਹੋਇਆ ਸਮਾਨ ਹਿੰਦੁਸਤਾਨ ਪਹੁੰਚਣ ਲੱਗ ਪਿਆ ਔਰ ਜਿਹਦੇ ਨਾਲ ਇੰਡੀਅਨ ਜਿਹੜੀ ਵੀਵਿੰਗ ਇੰਡਸਟਰੀ ਸੀ ਹੱਥ ਨਾਲ ਕੱਪੜਾ ਬਣਾਉਣ ਦੀ ਇੰਡਸਟਰੀ ਸੀ ਉੱਤੇ ਬਹੁਤ ਹੀ ਬੁਰਾ ਅਸਰ ਪਿਆ। ਮੈਨਚੈਸਟਰ ਸਾਨੂੰ ਪਤਾ ਹੈ ਕਿ ਇੰਗਲੈਂਡ ਦਾ ਉਹ ਮਹਾਨ ਸ਼ਹਿਰ ਹੈ ਜਿੱਥੇ ਕਿ ਇੰਡਸਟਰੀਅਲ ਰੈਵੋਲੂਸ਼ਨ ਸਭ ਤੋਂ ਪਹਿਲਾਂ ਸ਼ੁਰੂ ਹੋਇਆ ਸੀਗਾ ਔਰ ਬਹੁਤ ਜ਼ਿਆਦਾ ਫੈਕਟਰੀਜ਼ ਲੱਗੀਆਂ ਹੋਈਆਂ ਸੀਗੀਆਂ। ਸੋ ਇਸੇ ਕਰਕੇ ਇੱਥੇ ਲਿਖਿਆ ਮੈਨਚੈਸਟਰ ਕਮਸ ਟੂ ਇੰਡੀਆ ਕਿ ਕਿਵੇਂ ਇੰਗਲੈਂਡ ਦਾ ਬਣਿਆ ਹੋਇਆ ਕੱਪੜਾ ਵਗੈਰਾ ਜਿਹੜਾ ਹਿੰਦੁਸਤਾਨ ਪਹੁੰਚਣ ਲੱਗਾ। ਕਹਿੰਦਾ ਇਨ 1772 ਹੈਨਰੀ ਪੈਟੂਲੋ ਕੰਪਨੀ ਅਫੀਸ਼ੀਅਲ ਹੈਡ ਵੈਂਚਰਡ ਟੂ ਸੇ ਦੈਟ ਦ ਡਿਮਾਂਡ ਫॉर ਇੰਡੀਅਨ ਟੈਕਸਟਾਈਲਸ could never reduce since no other nation produced goods of the same quality। 1772 ਦੀ ਗੱਲ ਹੈ। ਈਸਟ ਇੰਡੀਆ ਕੰਪਨੀ ਦਾ ਇੱਕ ਆਫੀਸਰ ਸੀ ਹੈਨਰੀ ਪੈਟੂਲੋ। ਉਹਨੇ ਇੱਕ ਵਾਰੀ ਕਿਹਾ ਸੀਗਾ ਕਿ ਹਿੰਦੁਸਤਾਨੀ ਜਿਹੜਾ ਕੱਪੜਾ ਹੈ ਬਹੁਤ ਹੀ ਵਧੀਆ ਕੁਆਲਿਟੀ ਦਾ ਹੈ ਜਿਹਦੇ ਕਰਕੇ ਇਹਦੀ ਡਿਮਾਂਡ ਕਦੀ ਘਟੇਗੀ ਨਹੀਂ। ਲੇਕਿਨ ਇਹ ਚੀਜ਼ ਝੂਠੀ ਸਿੱਧ ਹੋਈ ਆਉਣ ਵਾਲੇ ਟਾਈਮ ਦੇ ਵਿੱਚ। ਕਿਵੇਂ? Yet by the beginning of the 19th century we see the beginning of a long decline of textile exports from India। ਕਿਉਂਕਿ ਕੁਝ ਦੇਰ ਬਾਅਦ 19th ਸੈਂਚਰੀ ਦੀ ਬਿਗਨਿੰਗ ਦੇ ਵਿੱਚ ਲਾਈਕ 1801 ਵਗੈਰਾ ਤੋਂ ਲੈ ਕੇ ਜਿਹੜਾ ਹੈ ਹਿੰਦੁਸਤਾਨ ਦਾ ਜਿਹੜਾ ਕੱਪੜਾ ਪਹਿਲਾਂ ਕਦੀ ਬਾਹਰ ਜਾਂਦਾ ਸੀਗਾ ਦੂਜੇ ਦੇਸ਼ਾਂ ਨੂੰ ਯੂਰਪ ਦੇ ਵਿੱਚ, ਉਹ ਕੱਪੜਾ ਜਾਣ ਦੀ ਜਿਹੜੀ ਰੇਟ ਸੀਗੀ ਕਾਫੀ ਘਟ ਗਈ। ਕਾਫੀ ਘੱਟ ਕੱਪੜਾ ਜਿਹੜਾ ਸੀਗਾ ਹੁਣ ਬਾਹਰ ਜਾਂਦਾ ਸੀਗਾ। ਅੱਗੇ ਦੱਸੇਗਾ ਕਾਰਨ ਸਾਰੇ। ਕਹਿੰਦਾ 1811-12 ਦੇ ਵਿੱਚ ਜਿਹੜਾ ਕੱਪੜਾ ਵਗੈਰਾ ਜਾਂਦਾ ਸੀ ਹਿੰਦੁਸਤਾਨ ਤੋਂ ਇਟ ਅਕਾਊਂਟਡ ਫॉर 33% ਆਫ ਇੰਡੀਆਜ਼ ਐਕਸਪੋਰਟਸ। ਬਾਈ 1850-51 ਇਟ ਵਾਜ਼ ਨੋ ਮੋਰ ਦੈਨ 3%। ਹਿੰਦੁਸਤਾਨ ਤੋਂ ਜੋ ਵੀ ਚੀਜ਼ਾਂ ਬਾਹਰ ਜਾਂਦੀਆਂ ਸੀਗੀਆਂ, ਜੋ ਐਕਸਪੋਰਟ ਸੀ ਹਿੰਦੁਸਤਾਨ ਤੋਂ, ਉਸ ਐਕਸਪੋਰਟ ਦਾ 33% ਹਿੱਸਾ ਜਿਹੜਾ ਸੀਗਾ ਉਹ ਕੱਪੜਾ ਵਗੈਰਾ ਰਿਕਾਰਡ ਕੀਤਾ ਜਾਂਦਾ ਸੀ। ਲੇਕਿਨ 1850-51 ਦੇ ਵਿੱਚ ਇਹ ਜਿਹੜੇ ਅਮਾਊਂਟ ਸੀਗਾ ਸਿਰਫ 3% ਰਹਿ ਗਿਆ ਸੀ ਟੋਟਲ ਐਕਸਪੋਰਟ ਦਾ। ਅੱਗੇ ਦੱਸਦਾ ਵਾਈ ਡਿਡ ਦਿਸ ਹੈਪਨ, ਐਸਾ ਕਿਉਂ ਹੋਇਆ? ਐਜ਼ ਕਾਟਨ ਇੰਡਸਟਰੀਜ਼ ਡਿਵੈਲਪਡ ਇਨ ਇੰਗਲੈਂਡ ਇੰਡਸਟਰੀਅਲ ਗਰੁੱਪਸ ਬਿਗੈਨ ਵਰਿੰਗ ਅਬਾਊਟ ਦ ਇੰਪੋਰਟਸ ਫਰੋਮ ਅਦਰ ਕੰਟਰੀਜ਼। ਇੰਗਲੈਂਡ ਦੇ ਵਿੱਚ ਹੁਣ ਕਾਟਨ ਇੰਡਸਟਰੀ ਲੱਗ ਗਈ ਸੀ, ਫੈਕਟਰੀਜ਼ ਲੱਗ ਗਈਆਂ ਸੀ ਜਿੱਥੇ ਕਿ ਕਾਟਨ ਦਾ ਕੱਪੜਾ ਬਣਾਇਆ ਜਾ ਰਿਹਾ ਸੀਗਾ। ਔਰ ਇਹਨਾਂ ਇੰਡਸਟਰੀਜ਼ ਦੇ ਲੱਗਣ ਤੋਂ ਬਾਅਦ ਹੁਣ ਕੀ ਹੋਇਆ ਕਿ ਇੰਗਲੈਂਡ ਦੇ ਵਿੱਚ ਫੈਕਟਰੀਆਂ ਦੇ ਜਿਹੜੇ ਮਾਲਕ ਸੀਗੇ ਉਹ ਗਵਰਨਮੈਂਟ ਨੂੰ ਪ੍ਰੈਸ਼ਰਾਈਜ਼ ਕਰਨ ਲੱਗੇ ਕਿ ਜਿਹੜਾ ਬਾਹਰੋਂ ਹਿੰਦੁਸਤਾਨ ਤੋਂ ਕੱਪੜਾ ਆਉਂਦਾ ਸੀਗਾ ਉਹ ਕੱਪੜਾ ਜਿਹੜਾ ਹੈ ਉਹਦੇ ਉੱਪਰ ਹੈਵੀ ਡਿਊਟੀ ਲਗਾਈ ਜਾਏ ਤਾਂ ਕਿ ਹਿੰਦੁਸਤਾਨ ਤੋਂ ਆਉਣ ਵਾਲਾ ਕੱਪੜਾ ਬੰਦ ਹੋ ਜਾਵੇ ਔਰ ਇੰਗਲੈਂਡ ਦੇ ਵਿੱਚ ਸਿਰਫ ਇੰਗਲੈਂਡ ਦੀਆਂ ਫੈਕਟਰੀਜ਼ ਦਾ ਹੀ ਕੱਪੜਾ ਵੱਧ ਤੋਂ ਵੱਧ ਵਿਕ ਸਕੇ। ਠੀਕ ਹੈ ਜੀ। ਐਟ ਦ ਸੇਮ ਟਾਈਮ ਇੰਡਸਟਰੀਜ਼ ਪਰਸੂਏਟਡ ਦ ਈਸਟ ਇੰਡੀਆ ਕੰਪਨੀ ਟੂ ਸੈਲ ਬ੍ਰਿਟਿਸ਼ ਟੈਕਸਟਾਈਲਸ ਇਨ ਇੰਡੀਅਨ ਮਾਰਕੀਟਸ ਐਸ ਵੈਲ। ਨਾਲ ਦੀ ਨਾਲ ਹੀ ਉਹਨਾਂ ਨੇ ਈਸਟ ਇੰਡੀਆ ਕੰਪਨੀ ਨੂੰ ਵੀ ਮਨਾ ਲਿਆ ਕਿ ਤੁਸੀਂ ਸਾਡਾ ਸਮਾਨ ਜਿਹੜਾ ਹਿੰਦੁਸਤਾਨ ਲੈ ਕੇ ਜਾਓ ਔਰ ਉੱਥੋਂ ਦੀਆਂ ਮਾਰਕੀਟਸ ਦੇ ਵਿੱਚ ਇੰਗਲੈਂਡ ਦਾ ਬਣਿਆ ਹੋਇਆ ਕੱਪੜਾ ਵੇਚੋ। ਐਕਸਪੋਰਟਸ ਆਫ ਬ੍ਰਿਟਿਸ਼ ਕਾਟਨ ਗੁੱਡਸ ਇਨਕਰੀਜ਼ਡ ਡਰਾਮੈਟਿਕਲੀ ਇਨ ਦ ਅਰਲੀ 19th ਸੈਂਚਰੀ। ਸੋ ਇੰਗਲੈਂਡ ਦੀਆਂ ਕੱਪੜਾ ਇੰਡਸਟਰੀ ਦੇ ਵਿੱਚ ਬਣਿਆ ਹੋਇਆ ਕੱਪੜਾ ਜਿਹੜਾ ਬਹੁਤ ਤੇਜ਼ੀ ਦੇ ਨਾਲ ਦੂਜੇ ਦੇਸ਼ਾਂ ਨੂੰ ਐਕਸਪੋਰਟ ਕੀਤਾ ਜਾਣ ਲੱਗਾ। ਐਟ ਦ ਐਂਡ ਆਫ ਦ 18th ਸੈਂਚਰੀ ਦੇਅਰ ਹੈਡ ਬੀਨ ਵਰਚੁਅਲੀ ਨੋ ਇੰਪੋਰਟ ਆਫ ਕਾਟਨ ਪੀਸ ਗੁੱਡਸ ਇਨਟੂ ਇੰਡੀਆ। ਸੋ ਕਹਿੰਦਾ ਕਿ 18th ਸੈਂਚਰੀ ਦੇ ਐਂਡ ਦੇ ਵਿੱਚ ਜਿਵੇਂ 1790s ਦੇ ਵਿੱਚ 1790 ਦੇ ਕਰੀਬ ਜਿਹੜਾ ਹੈ ਹਿੰਦੁਸਤਾਨ ਨੂੰ ਲਗਭਗ ਕੋਈ ਵੀ ਕੱਪੜਾ ਜਿਹੜਾ ਸੀ ਨਹੀਂ ਸੀ ਆਉਂਦਾ ਇੰਗਲੈਂਡ ਤੋਂ। ਲੇਕਿਨ ਥੋੜ੍ਹੀ ਦੇਰ ਬਾਅਦ ਕੀ ਹੋਇਆ, 50 ਸਾਲ ਬਾਅਦ ਬਾਈ 1850 ਸੋ 1850s ਦੇ ਵਿੱਚ ਕੀ ਹੋਇਆ, ਕਾਟਨ ਪੀਸ ਗੁੱਡਸ ਕੌਂਸਟੀਟਿਊਟਡ ਓਵਰ 31% ਆਫ ਦ ਵੈਲਿਊ ਆਫ ਇੰਡੀਅਨ ਇੰਪੋਰਟਸ। ਹਿੰਦੁਸਤਾਨ ਜਿੰਨੀ ਵੀ ਇੰਪੋਰਟ ਕਰਦਾ ਸੀਗਾ ਉਹਦਾ 31% ਹਿੱਸਾ ਕਾਟਨ ਦੇ ਕੱਪੜੇ ਸੀਗੇ ਇੰਗਲੈਂਡ ਤੋਂ ਆਉਣ ਵਾਲੇ। ਐਂਡ ਬਾਈ ਦਾ 1870s ਅਗਲੇ 20 ਸਾਲਾਂ ਦੇ ਵਿੱਚ ਕੀ ਹੋ ਗਿਆ, ਫਿਗਰ ਵਾਜ਼ ਓਵਰ 50%। ਇੰਡੀਆ ਦੀ ਟੋਟਲ ਇੰਪੋਰਟ ਦਾ 50% ਹਿੱਸਾ 1870 ਦੇ ਵਿੱਚ ਸਿਰਫ ਕਾਟਨ ਦੇ ਕੱਪੜੇ ਹੀ ਸੀ ਜੋ ਇੰਗਲੈਂਡ ਵਗੈਰਾ ਤੋਂ ਆ ਰਹੇ ਸੀਗੇ। ਸੋ ਬਹੁਤ ਤੇਜ਼ੀ ਦੇ ਨਾਲ ਜਿਹੜਾ ਹੈ ਇੰਗਲੈਂਡ ਦੀਆਂ ਫੈਕਟਰੀਜ਼ 'ਚ ਬਣਿਆ ਹੋਇਆ ਕੱਪੜਾ ਹਿੰਦੁਸਤਾਨ ਪਹੁੰਚਣ ਲੱਗਾ ਜਿਹਦੇ ਨਾਲ ਇੰਡੀਅਨ ਵੀਵਿੰਗ ਇੰਡਸਟਰੀ ਹੱਥ ਨਾਲ ਬਣੇ ਹੋਏ ਹਿੰਦੁਸਤਾਨੀ ਕੱਪੜੇ ਨੂੰ ਬਹੁਤ ਨੁਕਸਾਨ ਹੋਇਆ। ਕਾਟਨ ਵੀਵਰਸ ਇਨ ਇੰਡੀਆ ਦਸ ਫੇਸਡ ਟੂ ਪ੍ਰੋਬਲਮਸ ਐਟ ਦ ਸੇਮ ਟਾਈਮ। ਸੋ ਇਸ ਤਰ੍ਹਾਂ ਜਿਹੜਾ ਹੈ ਹਿੰਦੁਸਤਾਨ ਦੇ ਜਿਹੜੇ ਕਾਟਨ ਵੀਵਰ ਸੀਗੇ ਹੱਥ ਨਾਲ ਕੱਪੜਾ ਬਣਾਉਂਦੇ ਸੀਗੇ ਉਹਨਾਂ ਨੂੰ ਦੋ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇੱਕੋ ਟਾਈਮ। ਕਿਹੜੀਆਂ? ਦੇਅਰ ਐਕਸਪੋਰਟ ਮਾਰਕੀਟ ਕੋਲੈਪਸਡ। ਇੱਕ ਤਾਂ ਪਹਿਲਾਂ ਵੀਵਰਸ ਦਾ ਬਣਿਆ ਹੋਇਆ ਕੱਪੜਾ ਜਿਹੜਾ ਇੰਗਲੈਂਡ ਜਾਂਦਾ ਸੀਗਾ ਉਹ ਜਾਣਾ ਘਟ ਗਿਆ, ਮਤਲਬ ਜਿਵੇਂ ਆਲਮੋਸਟ ਬੰਦ ਹੀ ਹੋ ਗਿਆ ਕਹਿ ਲਓ। ਦੂਜਾ ਲੋਕਲ ਮਾਰਕੀਟ ਸ਼ੈਂਕ, ਉਹਨਾਂ ਦੀ ਲੋਕਲ ਮਾਰਕੀਟ ਜਿਹੜੀ ਹਿੰਦੁਸਤਾਨ 'ਚ ਮਾਰਕੀਟ ਸੀ ਕੱਪੜੇ ਦੀ ਉਹ ਵੀ ਕਾਫੀ ਘਟ ਗਈ।
ਕਿਉਂਕਿ ਹਿੰਦੁਸਤਾਨ ਦੇ ਵਿੱਚ ਵੀ ਹੁਣ ਇੰਗਲੈਂਡ ਦਾ ਕੱਪੜਾ ਆ ਕੇ ਵਿਕਣ ਲੱਗ ਗਿਆ ਸੀ ਜੋ ਸਸਤਾ ਸੀ। ਬੀਇੰਗ ਗਲਟਡ ਵਿਦ ਮੈਨਚੈਸਟਰ ਇੰਪੋਰਟਸ, ਹਿੰਦੁਸਤਾਨ ਦੀ ਮਾਰਕੀਟ ਨੂੰ ਵੀ ਮੈਨਚੈਸਟਰ ਦੇ ਕੱਪੜੇ ਨੇ ਡੋਮੀਨੇਟ ਕਰ ਲਿਆ ਸੀਗਾ। ਪ੍ਰੋਡਿਊਸਡ ਬਾਈ ਮਸ਼ੀਨਸ ਐਟ ਲੋਅਰ ਕਾਸਟ, ਦ ਇੰਪੋਰਟਡ ਕਾਟਨ ਗੁੱਡਸ ਵਰ ਸੋ ਚੀਪ ਦੈਟ ਵੀਵਰਸ ਕੁਡ ਨਾਟ ਈਜ਼ੀਲੀ ਕੰਪੀਟ ਵਿਦ them। ਇੰਗਲੈਂਡ ਦਾ ਬਣਿਆ ਹੋਇਆ ਕੱਪੜਾ ਮਸ਼ੀਨ ਨਾਲ ਬਣਿਆ ਸੀ, ਘੱਟ ਕੀਮਤ 'ਤੇ ਬਣਿਆ ਸੀਗਾ, ਸੋ ਸਸਤਾ ਸੀਗਾ, ਲੇਕਿਨ ਵੀਵਰਸ ਦਾ ਕੱਪੜਾ ਥੋੜ੍ਹਾ ਮਹਿੰਗਾ ਹੁੰਦਾ ਸੀ ਹਿੰਦੁਸਤਾਨੀ ਕੱਪੜਾ। ਸੋ ਹਿੰਦੁਸਤਾਨੀ ਕੱਪੜਾ ਇੰਗਲੈਂਡ ਦੇ ਕੱਪੜੇ ਦਾ ਮੁਕਾਬਲਾ ਨਹੀਂ ਕਰ ਸਕਿਆ। ਬਾਈ 1850s ਰਿਪੋਰਟਸ ਫਰੋਮ ਮੋਸਟ ਵੀਵਿੰਗ ਰੀਜਨਸ ਆਫ ਇੰਡੀਆ ਨਰੇਟਡ ਸਟੋਰੀਜ਼ ਆਫ ਡਿਕਲਾਈਨ ਐਂਡ ਡਿਸਲੇਸ਼ਨ। 1850s ਤੱਕ ਇਹ ਰਿਪੋਰਟਸ ਮਿਲਣ ਲੱਗ ਗਈਆਂ ਕਿ ਹਿੰਦੁਸਤਾਨ ਦੇ ਅਲੱਗ-ਅਲੱਗ ਇਲਾਕੇ ਜਿੱਥੇ ਕਦੇ ਵੀਵਿੰਗ ਦਾ ਕੰਮ ਹੁੰਦਾ ਸੀ, ਕੱਪੜਾ ਬਣਾਉਂਦੇ ਸੀ ਹੱਥ ਦੇ ਨਾਲ, ਉੱਥੇ ਹੁਣ ਜਿਹੜਾ ਹੈ ਉਹ ਕੰਮ ਖਤਮ ਹੋ ਰਿਹਾ ਸੀਗਾ ਔਰ ਸੁੰਨਸਾਨ ਪਸਰ ਗਈ ਸੀ। ਬਾਈ ਦ 1860s ਵੀਵਰਸ ਫੇਸਡ ਅ ਨਿਊ ਪ੍ਰੋਬਲਮ। 1860 ਦੇ ਦਹਾਕੇ 'ਚ ਇੱਕ ਹੋਰ ਪ੍ਰੋਬਲਮ ਆਈ ਇੰਡੀਅਨ ਵੀਵਰਸ ਨੂੰ, ਕਿ ਸੀ ਦੇ ਕੁਡ ਨਾਟ ਗੈਟ ਸਫੀਸ਼ੀਐਂਟ ਸਪਲਾਈ ਆਫ ਰॉ ਕਾਟਨ ਆਫ ਗੁੱਡ ਕੁਆਲਿਟੀ। ਤੀਜੀ ਸਮੱਸਿਆ ਉਹਨਾਂ ਨੂੰ ਆਉਣ ਪਈ ਕਿ ਜਿਹੜੀ ਉਹਨਾਂ ਨੂੰ ਕੱਚੀ ਕਪਾਹ ਮਿਲਦੀ ਸੀ ਪਹਿਲਾਂ ਸਸਤੇ ਰੇਟ 'ਤੇ, ਉਹ ਜਿਹੜੀ ਹੈ ਮਹਿੰਗੀ ਹੋ ਗਈ, ਕਿਉਂਕਿ ਕਪਾਹ ਦੀ ਜਿਹੜੀ ਕੱਚੀ ਕਪਾਹ ਜਿਹੜੀ ਸੀ ਉਹ ਹੁਣ ਇੰਗਲੈਂਡ ਨੂੰ ਭੇਜੀ ਜਾ ਰਹੀ ਸੀ। ਕਿਉਂ? ਵੈਨ ਦ ਅਮੈਰੀਕਨ ਸਿਵਲ ਵਾਰ ਬ੍ਰੋਕ ਆਊਟ ਐਂਡ ਕਾਟਨ ਸਪਲਾਈਜ਼ ਫਰੋਮ ਦ US ਵਰ ਕੱਟ ਆਫ, ਬ੍ਰਿਟੇਨ ਟਰਨ ਟੂ ਇੰਡੀਆ। ਜਦੋਂ ਅਮਰੀਕਾ 'ਚ ਸਿਵਲ ਵਾਰ ਸ਼ੁਰੂ ਹੋ ਗਈ ਸੀਗੀ ਤਾਂ ਉਹਦੇ ਕਾਰਨ ਅਮਰੀਕਾ ਨੇ ਇੰਗਲੈਂਡ ਨੂੰ ਕੱਚੀ ਕਪਾਹ ਦੇਣ ਤੋਂ ਮਨਾ ਕਰ ਦਿੱਤਾ ਸੀਗਾ। ਸੋ ਇੰਗਲੈਂਡ ਨੇ ਜਿਹੜਾ ਹੈ ਇੰਡੀਆ ਤੋਂ ਕਪਾਹ, ਕੱਚੀ ਕਪਾਹ ਜਿਹੜੀ ਹੈ ਰਾ ਕਾਟਨ ਮੰਗਾਉਣੀ ਸ਼ੁਰੂ ਕਰ ਦਿੱਤੀ ਸੀ। ਐਜ਼ ਰਾ ਕਾਟਨ ਐਕਸਪੋਰਟਸ ਫਰੋਮ ਇੰਡੀਆ ਇਨਕਰੀਜ਼ਡ, ਦ ਪ੍ਰਾਈਸ ਆਫ ਰਾ ਕਾਟਨ ਸ਼ਾਟ ਅਪ। ਸੋ ਸਾਰੀ ਦੀ ਸਾਰੀ ਕਪਾਹ ਜਿਹੜੀ ਹੈ ਉਹ ਇੰਗਲੈਂਡ ਭੇਜੀ ਜਾਣ ਲੱਗ ਗਈ, ਜਿਸ ਕਾਰਨ ਹਿੰਦੁਸਤਾਨ ਦੇ ਵਿੱਚ ਰਾ ਕਾਟਨ ਦੀ ਕੀਮਤ ਬਹੁਤ ਵੱਧ ਗਈ। ਵੀਵਰਸ ਇਨ ਇੰਡੀਆ ਵਰ ਸਟਾਫਡ ਆਫ ਸਪਲਾਈਜ਼। ਇੰਡੀਅਨ ਵੀਵਰਸ ਨੂੰ ਰਾ ਕਾਟਨ ਨਹੀਂ ਸੀ ਦਿੱਤੀ ਜਾ ਰਹੀ। ਫੋਰਸਡ ਟੂ ਬਾਏ ਰਾ ਕਾਟਨ ਐਟ ਹਾਈ ਪ੍ਰਾਈਸਿਸ, ਇਨ ਦਿਸ ਸਿਚੁਏਸ਼ਨ ਵੀਵਿੰਗ ਕੁਡ ਨਾਟ ਪੇ। ਔਰ ਇੰਡੀਅਨ ਵੀਵਰਸ ਜਿਹੜੇ ਸੀ ਉਹਨਾਂ ਨੂੰ ਮਜਬੂਰੀ ਵਸ ਹੋ ਕੇ ਮਹਿੰਗੀ ਕੀਮਤ 'ਤੇ ਕਪਾਹ ਲੈਣੀ ਪੈਂਦੀ ਸੀਗੀ, ਜੋ ਕਿ ਇੰਡੀਅਨ ਵੀਵਰਸ ਪੇ ਨਹੀਂ ਸੀ ਕਰ ਸਕਦੇ ਕਿਉਂਕਿ ਉਹ ਗਰੀਬ ਸੀਗੇ। Then by the end of the 19th century, weavers and other craftspeople faced yet another problem. ਔਰ 19th century ਦੇ ਐਂਡ ਦੇ ਵਿੱਚ ਵੀਵਰਸ ਨੂੰ ਇੱਕ ਹੋਰ ਪ੍ਰੋਬਲਮ ਆਈ, ਉਹ ਕੀ ਸੀ? ਫੈਕਟਰੀਜ਼ ਇਨ ਇੰਡੀਆ ਬਿਗੈਨ ਪ੍ਰੋਡਕਸ਼ਨ। ਹੁਣ ਹਿੰਦੁਸਤਾਨ ਦੇ ਵਿੱਚ ਵੀ ਕਾਟਨ ਟੈਕਸਟਾਈਲ ਲੱਗ ਗਈ ਸੀ, ਹਿੰਦੁਸਤਾਨੀਆਂ ਨੇ ਵੀ ਕਾਟਨ ਦੀਆਂ ਫੈਕਟਰੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਫਲੱਡਿੰਗ ਦਾ ਮਾਰਕੀਟ ਵਿਦ ਮਸ਼ੀਨ ਗੁੱਡਸ, ਔਰ ਹਿੰਦੁਸਤਾਨ ਦੀ ਮਾਰਕੀਟ ਜਿਹੜੀ ਹੈ ਮਸ਼ੀਨ ਨਾਲ ਬਣੇ ਹੋਏ ਕੱਪੜੇ ਦੇ ਨਾਲ ਭਰ ਗਈ ਸੀਗੀ। ਇੱਕ ਪਾਸੇ ਇੰਗਲੈਂਡ ਤੋਂ ਕੱਪੜਾ ਆ ਰਿਹਾ ਸੀ, ਇੱਕ ਪਾਸੇ ਹਿੰਦੁਸਤਾਨੀ ਫੈਕਟਰੀਜ਼ 'ਚ ਬਣਿਆ ਹੋਇਆ ਕੱਪੜਾ ਸੀਗਾ। ਹਾਊ ਕੁਡ ਵੀਵਿੰਗ ਇੰਡਸਟਰੀਜ਼ ਪੋਸੀਬਲੀ ਸਰਵਾਈਵ? ਐਸੇ ਹਾਲਾਤ ਦੇ ਵਿੱਚ ਇੰਡੀਅਨ ਵੀਵਰਸ ਦਾ ਸਰਵਾਈਵ ਕਰਨਾ ਬਹੁਤ ਮੁਸ਼ਕਿਲ ਸੀਗਾ, ਜੋ ਕਿ ਹੱਥ ਨਾਲ ਕੱਪੜਾ ਬਣਾਉਂਦੇ ਸੀਗੇ। ਸੋ ਫੈਕਟਰੀ ਇੰਡਸਟਰੀ, ਇੰਗਲੈਂਡ ਦੀ ਜਿਹੜੀ ਫੈਕਟਰੀ ਇੰਡਸਟਰੀ ਸੀ ਉਹਨੇ ਬੇਸਿਕਲੀ ਬਹੁਤ ਨੁਕਸਾਨ ਕੀਤਾ ਇੰਡੀਅਨ ਵੀਵਿੰਗ ਇੰਡਸਟਰੀ ਨੂੰ। ਥੈਂਕ ਯੂ।